ਜ਼ਿਕਰ ਕਰਾਂਗੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਦਾ ਜਾਂ ਉਸਦੇ ਮਾਪਦੰਡ ਕੀ ਨੇ, ਕੀ ਪ੍ਰਕਿਰਿਆ ਹੈ, ਕਿਸ ਤਰੀਕੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਹੁੰਦੀ ਹੈ, ਕਿਹੜੇ ਵਿਵਾਦਾਂ ਕਰਕੇ ਉਹਨਾਂ ਨੂੰ ਅਹੁਦੇ ਛੱਡਣੇ ਪਏ ਨੇ। ਜ਼ਿਕਰ ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਜਾਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੇ ਆਉਣ ਦਾ ਹੋ ਰਿਹਾ ਹੈ। ਕੁਝ ਸਾਲਾਂ ਤੋਂ ਵੱਧ ਇੱਥੇ ਕੋਈ ਟਿਕ ਨਹੀਂ ਸਕਿਆ ਜਾਂ ਇੱਥੇ ਕੋਈ ਰਹਿ ਨਹੀਂ ਸਕਿਆ। ਪਿਛਲੇ ਕਈ ਦਿਨਾਂ ਤੋਂ ਅਜਿਹੇ ਮੁੱਦੇ ਚਰਚਾ 'ਚ ਰਹੇ ਨੇ ਜੋ ਕਿਤੇ ਨਾ ਕਿਤੇ ਜਥੇਦਾਰ ਹੋਰਾਂ ਦੀ ਰੁਖਸਤੀ ਦਾ ਆਧਾਰ ਬਣੇ ਨੇ। ਵਿਸਥਾਰ ਨਾਲ ਇਸ ਤੇ ਰੌਸ਼ਨੀ ਪਾਵਾਂਗੇ ਜਾਂ ਜ਼ਿਕਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਨਵਾਂ ਐਕਸਪਲੇਨਰ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਅੱਜ ਜ਼ਿਕਰ ਕਰਾਂਗੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਦਾ ਜਾਂ ਉਸਦੇ ਮਾਪਦੰਡ ਕੀ ਨੇ, ਕੀ ਪ੍ਰਕਿਰਿਆ ਹੈ, ਕਿਸ ਤਰੀਕੇ ਨਾਲ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਕਿਹੜੀਆਂ ਅਹਿਮ ਸ਼ਖਸੀਅਤਾਂ ਜਥੇਦਾਰ ਦੇ ਅਹੁਦੇ ਤੇ ਰਹੀਆਂ ਨੇ ਔਰ ਫਿਰ ਕਿਹੜੇ ਵਿਵਾਦਾਂ ਕਰਕੇ ਉਹਨਾਂ ਨੂੰ ਅਹੁਦੇ ਛੱਡਣੇ ਪਏ ਨੇ। ਕਿਉਂਕਿ ਜ਼ਿਕਰ ਨਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਜਾਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੇ ਆਉਣ ਦਾ ਹੋ ਰਿਹਾ ਹੈ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੁਰਸੀ ਅਣਮਿੱਥੇ ਸਮੇਂ ਲਈ ਹੈ, ਪਰ ਫਿਰ ਵੀ ਕੁਝ ਸਾਲਾਂ ਤੋਂ ਵੱਧ ਇੱਥੇ ਕੋਈ ਟਿਕ ਨਹੀਂ ਸਕਿਆ ਜਾਂ ਇੱਥੇ ਕੋਈ ਰਹਿ ਨਹੀਂ ਸਕਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਕਾਰਜਕਾਰੀ ਜਥੇਦਾਰ ਦਾ ਉਹਨਾਂ ਦੇ ਕੋਲ ਚਾਰਜ ਸੀ ਔਰ ਪੱਕੇ ਜਥੇਦਾਰ ਦੇ ਤੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਬਣੇ ਰਹਿਣਗੇ। ਹਾਲਾਂਕਿ ਐਸਜੀਪੀਸੀ ਇਸ ਨੂੰ ਸਵੈ ਇੱਛਾ ਸੇਵਾ ਮੁਕਤੀ ਦੱਸ ਰਹੀ ਹੈ ਤੇ ਕਿਸੇ ਤਰ੍ਹਾਂ ਦੇ ਵਾਦ ਵਿਵਾਦ ਤੋਂ ਇਨਕਾਰ ਕਰ ਰਹੀ ਹੈ, ਪਰ ਫਿਰ ਵੀ ਪਿਛਲੇ ਕਈ ਦਿਨਾਂ ਤੋਂ ਅਜਿਹੇ ਮੁੱਦੇ ਚਰਚਾ 'ਚ ਰਹੇ ਨੇ ਜੋ ਕਿਤੇ ਨਾ ਕਿਤੇ ਜਥੇਦਾਰ ਹੋਰਾਂ ਦੀ ਰੁਖਸਤੀ ਦਾ ਆਧਾਰ ਬਣੇ ਨੇ, ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਧਰਨਿਆਂ 'ਚ ਲਿਜਾਣ ਜਾਂ ਨਾ ਲਿਜਾਣ ਸੰਬੰਧੀ ਇੱਕ ਕਮੇਟੀ ਬਣਾਈ ਗਈ ਸੀ। ਉਸ ਦੀ ਰਿਪੋਰਟ ਤੇ ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਸਮੇਂ-ਸਮੇਂ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਸਵਾਲ ਜਿਹੜੇ ਚੱਕੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਾਂ ਅਕਾਲੀ ਦਲ ਨੂੰ ਪੰਥਕ ਲੀਹਾਂ ਤੇ ਪਰਤਣ ਦੀ ਵਾਰ-ਵਾਰ ਨਸੀਹਤ ਦੇਣੀ, ਦਿੱਲੀ ਵਿਖੇ ਰਾਘਵ ਚੱਡਾ ਦੀ ਮੰਗਣੀ ਸਮਾਗਮ 'ਚ ਸ਼ਾਮਲ ਹੋਣਾ, ਇਹ ਸਾਰੇ ਕਾਰਨ ਮੰਨੇ ਜਾ ਰਹੇ ਨੇ ਪਰਦੇ ਦੇ ਪਿੱਛੇ ਕਿ ਇਹ ਆਧਾਰ ਬਣੇ ਨੇ। ਪਰ ਐਸਜੀਪੀਸੀ ਕਹਿ ਰਹੀ ਹੈ ਕਿ ਉਹਨਾਂ ਨੇ ਸਵੈ ਇੱਛਾ ਨਾਲ ਇਹ ਅਹੁਦਾ ਛੱਡਿਆ ਹੈ। ਸੋ ਕਾਰਜਕਾਰੀ ਤੌਰ ਤੇ ਉਹਨਾਂ ਕੋਲ ਅਹੁਦਾ ਸੀ ਔਰ ਪੱਕੇ ਤੌਰ ਤੇ ਉਹਨਾਂ ਨੇ ਜਥੇਦਾਰ ਦੀ ਨਿਯੁਕਤੀ ਕਰਨੀ ਸੀ। ਸੋ ਗਿਆਨੀ ਰਘਬੀਰ ਸਿੰਘ ਹੋਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਖੈਰ ਸਵਾਲ ਇਸ ਦੇ ਵਿੱਚ ਇਹ ਹੈ ਕਿ ਇਸ ਅਹੁਦੇ ਦੀ ਕੋਈ ਮਿਆਦ ਨਹੀਂ ਹੈ ਤਾਂ ਫਿਰ ਵੀ ਕੋਈ ਸ਼ਖਸੀਅਤ ਇਸ ਅਹੁਦੇ ਤੇ ਟਿਕੀ ਕਿਉਂ ਨਹੀਂ ਹੈ। ਜਦੋਂ ਤੋਂ ਅਕਾਲ ਤਖਤ ਸਾਹਿਬ ਹੋਂਦ ਦੇ ਵਿੱਚ ਆਇਆ ਹੈ, ਇਤਿਹਾਸਿਕ ਰਵਾਇਤ ਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਜਿਹੜਾ ਸੀ ਉਸ ਵੇਲੇ ਦੇ ਸੰਸਥਾਪਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਜਾਰੀ ਕੀਤਾ ਗਿਆ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਉਸ ਤੋਂ ਬਾਅਦ ਨਿਯੁਕਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਕਿਸ ਤਰੀਕੇ ਦੀ ਚੱਲਦੀ ਰਹੀ। ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰਿਆਂ ਦੇ ਗੁਰਮਤਿ ਦੇ ਸਿਧਾਂਤਾਂ ਦੇ ਮੁਤਾਬਕ ਪ੍ਰਬੰਧ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ ਤੋਂ ਲਗਾਤਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਐਸਜੀਪੀਸੀ ਕਰਦੀ ਹੈ, ਪਰ 18ਵੀਂ ਸਦੀ ਦੇ ਵਿੱਚ ਇਹ ਨਿਯੁਕਤੀ ਸਮੂਹਿਕ ਤੌਰ ਤੇ ਸਰਬੱਤ ਖਾਲਸਾ ਦੇ ਵੱਲੋਂ ਕੀਤੀ ਜਾਂਦੀ ਸੀ। ਸੋ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈ ਪ੍ਰਕਿਰਿਆ ਨੂੰ ਸਮੇਂ-ਸਮੇਂ ਤੇ ਪਾਰਦਰਸ਼ੀ ਬਣਾਉਣ ਦੀ ਮੰਗ ਸਿੱਖ ਸਮਾਜ ਦੇ ਵਿੱਚ ਜ਼ਰੂਰ ਉੱਠਦੀ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਸੇਵਾ ਨਿਭਾ ਚੁੱਕੀਆਂ ਨੇ, ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਿਖਾਰੀ ਨੇ, ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਉਹਨਾਂ ਨੂੰ ਮੰਨਿਆ ਜਾਂਦਾ ਹੈ ਇਤਿਹਾਸ ਦੇ ਵਿੱਚ। ਹੋਰ ਵੀ ਬਹੁਤ ਸਾਰੇ ਨਾਮ ਨੇ। ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਇਸ ਤਖਤ ਦੇ ਜਥੇਦਾਰ ਰਹੇ ਨੇ। ਭਾਈ ਮਨੀ ਸਿੰਘ ਨੂੰ ਮੁਗਲ ਕਾਲ ਦੇ ਵਿੱਚ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਅਕਾਲੀ ਫੂਲਾ ਸਿੰਘ ਦੀ ਸ਼ਖਸੀਅਤ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਭੈ ਖਾਂਦੇ ਸੀ। ਇਹ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਹੈ ਜੋ ਇਤਿਹਾਸ ਰਿਹਾ ਹੈ। ਇਸ ਤੋਂ ਇਲਾਵਾ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ਖਸੀਅਤਾਂ ਰਹੀਆਂ ਨੇ, ਪ੍ਰੋਫੈਸਰ ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਜਿਹੜੇ ਜਥੇਦਾਰ ਰਹੇ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਵਿਵਾਦ ਜੁੜਦੇ ਰਹੇ ਨੇ। ਸੋ ਇਸ ਐਕਸਪਲੇਨਰ ਦੇ ਵਿੱਚ ਅਸੀਂ ਵਿਸਥਾਰ ਨਾਲ ਇਸ ਤੇ ਰੌਸ਼ਨੀ ਪਾਵਾਂਗੇ ਜਾਂ ਜ਼ਿਕਰ ਕਰਾਂਗੇ ਕਿ ਜਿਹੜੀ ਸਿੱਖ ਧਰਮ ਦੀ ਸਭ ਤੋਂ ਸਰਵਉੱਚ ਸੰਸਥਾ ਹੈ, ਇਸ ਤੇ ਕੋਈ ਜਥੇਦਾਰ ਜਿਹੜਾ ਹੈ ਜਿਸ ਦੀ ਨਿਯੁਕਤੀ ਹੋਈ ਹੈ ਉਹ ਜ਼ਿਆਦਾ ਦੇਰ ਕਿਉਂ ਨਹੀਂ ਰਹਿ ਸਕੇ, ਨਾ ਤਾਂ ਲੰਬੇ ਸਮੇਂ ਤੱਕ ਉਹਦੇ ਤੇ ਬਣੇ ਰਹਿ ਸਕੇ ਤੇ ਨਾ ਹੀ ਉਤਰਨ ਤੱਕ ਉਹ ਕਿਸੇ ਵਿਵਾਦਾਂ ਤੋਂ ਬਚ ਸਕੇ। ਸੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਇਹ ਨਿਯੁਕਤੀਆਂ ਹੋਈਆਂ ਨੇ ਔਰ ਕਿਉਂ ਉਹਨਾਂ ਨੂੰ ਇੱਥੋਂ ਲਾਂਭੇ ਹੋਣਾ ਪਿਆ ਹੈ, ਇਹ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਜ਼ਿਕਰ ਕਰੀਏ ਤਾਂ 1984 ਤੋਂ ਬਾਅਦ ਇਹ ਦੌਰ ਜ਼ਿਆਦਾ ਸ਼ੁਰੂ ਹੋਇਆ ਜਾਂ ਜ਼ਿਆਦਾ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਸੀ ਉਹ ਵਿਵਾਦਾਂ ਦੇ ਵਿੱਚ ਘਿਰੇ। 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ,
ਜਿਵੇਂ ਹੀ ਫੌਜ ਹਰਮੰਦਰ ਸਾਹਿਬ ਦੇ ਵਿੱਚ ਅੰਦਰ ਦਾਖਲ ਹੋਈ, ਸਿੱਖ ਗੁੱਸੇ ਨੂੰ ਸਮਕਾਲੀ ਸਿੱਖ ਧਾਰਮਿਕ ਰਾਜਨੀਤਿਕ ਲੀਡਰਸ਼ਿਪ ਵੱਲ ਸੇਧਿਤ ਕੀਤਾ ਗਿਆ। ਉਸ ਵੇਲੇ ਕਿਰਪਾਲ ਸਿੰਘ ਯਾਨੀ ਕਿਰਪਾਲ ਸਿੰਘ ਜਿਹੜੇ ਸੀ ਉਹ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ। 1982 ਤੋਂ 86 ਤੱਕ ਉਹਨਾਂ ਦਾ ਟੈਨਿਓਰ ਰਿਹਾ। ਕਿਰਪਾਲ ਸਿੰਘ ਗਿਆਨੀ ਕਿਰਪਾਲ ਸਿੰਘ ਜੂਨ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਉਹਨਾਂ ਨੂੰ ਸਿੱਖ ਖਾੜਕੂਆਂ ਦੇ ਵਿੱਚ ਉਸ ਵੇਲੇ ਅਪ੍ਰਸਿੱਧ ਸਮਝਿਆ ਜਾਂਦਾ ਸੀ ਤੇ ਖਾੜਕੂਆਂ ਦੇ ਹਮਲੇ 'ਚ ਉਹਨਾਂ ਦੀ ਇੱਕ ਵਾਰੀ ਜਾਨ ਵੀ ਬਚੀ ਸੀ। ਸੋ ਫੌਜੀ ਕਾਰਵਾਈ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਇਨਕਾਰ ਕਰਕੇ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਉਹਨਾਂ ਨੂੰ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਸ਼੍ਰੋਮਣੀ ਕਮੇਟੀ ਨੇ ਫਿਰ 24 ਦਸੰਬਰ 1986 ਨੂੰ ਕਿਰਪਾਲ ਸਿੰਘ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਔਰ ਇਸੇ ਵਿਚਾਲੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਸੱਦਿਆ ਗਿਆ, ਜੋ ਸਿੱਖਾਂ ਦਾ ਇੱਕ ਵਿਚਾਰ ਵਟਾਂਦਰੇ ਦਾ ਇਕੱਠ ਹੁੰਦਾ ਸਰਬੱਤ ਖਾਲਸਾ। ਉਸ 'ਚ ਜਰਨੈਲ ਸਿੰਘ ਭਿੰਡਰਾਵਾਲਾ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦਾ ਸਮਾਂਤਰ ਜਥੇਦਾਰ ਜਿਹੜਾ ਸੀ ਉਹ ਨਿਯੁਕਤ ਕੀਤਾ ਗਿਆ। ਗੁਰਦੇਵ ਸਿੰਘ ਕੌਕੇ ਪਹਿਲਾਂ ਹੀ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਚੁੱਕੇ ਸੀ। ਰੋਡੇ ਉਸ ਸਮੇਂ NSA ਦੇ ਤਹਿਤ ਜੇਲ੍ਹ 'ਚ ਸਨ, ਇਸ ਕਰਕੇ ਕਿਰਪਾਲ ਸਿੰਘ ਨੂੰ ਅਧਿਕਾਰਤ ਜਥੇਦਾਰ ਵਜੋਂ ਉੱਥੇ ਰਹਿਣ ਦਿੱਤਾ ਗਿਆ। ਪਰ ਬਾਅਦ 'ਚ ਸ਼੍ਰੋਮਣੀ ਕਮੇਟੀ ਨੇ ਦਰਸ਼ਨ ਸਿੰਘ ਰਾਗੀ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸਹਿਮਤੀ ਦੇ ਦਿੱਤੀ। ਸੋ ਦਰਸ਼ਨ ਸਿੰਘ ਰਾਗੀ ਦਾ ਜਿਹੜਾ ਟੈਨਿਓਰ ਹੈ ਉਹ ਦਸੰਬਰ 1986 ਤੋਂ ਮਾਰਚ 1988 ਤੇ ਫਿਰ 1999 ਤੋਂ 90 ਤੱਕ ਕਾਰਜਕਾਰੀ ਜਥੇਦਾਰ ਵਜੋਂ ਉਹਨਾਂ ਦੀ ਨਿਯੁਕਤੀ ਹੋਈ। ਉਸ ਤੋਂ ਬਾਅਦ ਰਾਗੀ ਨੇ ਸਾਰੇ ਅਕਾਲੀ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਕੋਸ਼ਿਸ਼ ਵੀ ਕੀਤੀ। 4 ਅਗਸਤ 1987 ਨੂੰ ਇੱਕ ਕਨਵੈਨਸ਼ਨ ਬੁਲਾਉਣ ਤੋਂ ਬਾਅਦ ਦਰਸ਼ਨ ਸਿੰਘ ਰਾਗੀ ਫਿਰ ਵਿਵਾਦਾਂ ਦੇ ਵਿੱਚ ਘਿਰ ਗਏ ਤੇ ਕੁਝ ਖਾੜਕੂ ਸਮੂਹਾਂ ਨੇ ਉਹਨਾਂ ਤੇ ਦੋਸ਼ ਲਾਏ ਕਨਵੈਨਸ਼ਨ ਦੇ ਵਿੱਚ ਕਿ ਸਿੱਖ ਨੌਜਵਾਨਾਂ ਨੂੰ ਇਹਨਾਂ ਨੇ ਖਾਲਿਸਤਾਨ ਦੇ ਉਦੇਸ਼ ਬਾਰੇ ਉਲਝਾਇਆ ਸੀ। ਉਸ ਤੋਂ ਬਾਅਦ 17 ਨਵੰਬਰ 1987 ਨੂੰ ਰਾਗੀ ਨੇ ਵੀ ਅਸਤੀਫਾ ਦੇ ਦਿੱਤਾ। ਫਿਰ ਭਾਈ ਜਸਬੀਰ ਸਿੰਘ ਰੋਡੇ ਦਾ ਜ਼ਿਕਰ ਆਉਂਦਾ ਹੈ। ਕੇਂਦਰ ਸਰਕਾਰ ਨੇ 1988 ਚ ਮਾਰਚ 1988 ਚ ਭਾਈ ਜਸਬੀਰ ਸਿੰਘ ਰੋਡੇ ਨੂੰ ਰਿਹਾ ਕਰ ਦਿੱਤਾ ਔਰ 86 ਚ ਉਹਨਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਨਿਯੁਕਤ ਕੀਤਾ ਜਾ ਚੁੱਕਿਆ ਸੀ। ਸੋ ਭਾਈ ਜਸਬੀਰ ਸਿੰਘ ਰੋਡੇ ਨੇ ਉਸੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲ ਰਿਹਾ ਜਿਸ ਦਿਨ ਉਹ ਰਿਹਾ ਹੋਏ ਸੀ। ਸੋ ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਹੁੰਦਾ 28 ਮਈ 1988 ਨੂੰ ਤੇ ਉਦੋਂ SGPC ਨੇ ਭਾਈ ਜਸਬੀਰ ਸਿੰਘ ਰੋਡੇ ਨੂੰ ਅਸਤੀਫਾ ਦੇਣ ਦੇ ਲਈ ਕਹਿ ਦਿੱਤਾ। ਫਿਰ ਉਸ ਤੋਂ ਬਾਅਦ ਭਾਈ ਮਨਜੀਤ ਸਿੰਘ ਜਿਹੜੇ ਸੀ ਉਹ ਬਣੇ 1990 ਤੋਂ 97 ਤੱਕ ਰਹੇ ਨੇ। ਸ਼੍ਰੋਮਣੀ ਕਮੇਟੀ ਨੇ 1980 ਦੇ ਵਿੱਚ ਜਿਹੜੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਕਤਲ ਦੇ ਦੋਸ਼ ਹੇਠ ਜੇਲ੍ਹ 'ਚ ਬੰਦ ਸੀ ਭਾਈ ਮਨਜੀਤ ਸਿੰਘ, ਉਹਨਾਂ ਨੂੰ ਜੇਲ੍ਹ 'ਚ ਹੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰਤਾ ਸੀ ਔਰ ਉਹਨਾਂ ਨੇ ਵੀ ਸਾਰੇ ਅਕਾਲੀ ਧੜਿਆਂ ਨੂੰ ਇਕੱਠੇ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬ ਨਹੀਂ ਹੋਏ ਤੇ ਅਖੀਰ ਆਪਣਾ ਅਹੁਦਾ ਗਵਾ ਬੈਠੇ। ਫਿਰ ਅਗਲਾ ਨਾਮ ਜਿਹੜਾ ਸੀ ਉਹ ਚਰਚਾ 'ਚ ਆਇਆ ਭਾਈ ਰਣਜੀਤ ਸਿੰਘ ਦਾ। ਦਸੰਬਰ 1996 ਤੋਂ ਫਰਵਰੀ 1999 ਤੱਕ ਦਾ ਉਹਨਾਂ ਦਾ ਟੈਨਿਓਰ ਹੈ। 1996 ਦੇ ਵਿੱਚ ਭਾਈ ਰਣਜੀਤ ਸਿੰਘ ਜਿਹੜੇ ਭਾਈ ਰਣਜੀਤ ਸਿੰਘ ਵੀ ਗੁਰਬਚਨ ਸਿੰਘ ਦੇ ਕਤਲ ਦੇ ਇੱਕ ਹੋਰ ਦੋਸ਼ੀ ਸਨ, ਜਿਹੜੇ ਨਿਰੰਕਾਰੀ ਮੁਖੀ ਦੇ। ਸੋ ਭਾਈ ਰਣਜੀਤ ਸਿੰਘ ਨੂੰ ਜੇਲ੍ਹ 'ਚੋਂ ਰਿਹਾ ਕਰਾਉਣ ਲਈ ਅਕਾਲੀ ਆਗੂਆਂ ਵੱਲੋਂ ਪਹਿਲਾਂ ਜਿਹੜੇ ਯਤਨ ਕੀਤੇ ਗਏ ਸੀ ਉਹ ਸਫਲ ਰਹੇ। ਭਾਈ ਰਣਜੀਤ ਸਿੰਘ ਨੇ 31 ਦਸੰਬਰ 1996 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਸੀ। ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਬਹੁਤ ਮਕਬੂਲ ਵੀ ਹੋਏ ਪਰ ਜਲਦੀ ਹੀ ਉਹ ਵੀ ਵਿਵਾਦਾਂ 'ਚ ਆ ਗਏ ਤੇ ਉਸ ਵੇਲੇ ਕਿਉਂਕਿ CM ਪ੍ਰਕਾਸ਼ ਸਿੰਘ ਬਾਦਲ ਸੀ ਔਰ ਗੁਰਚਰਨ ਸਿੰਘ ਟੌਹੜਾ ਹੋਰਾਂ ਨਾਲ ਜਿਹੜੀ ਉਹਨਾਂ ਦੀ ਕਸ਼ਮਕਸ਼ ਸੀ, ਸੋ ਭਾਈ ਰਣਜੀਤ ਸਿੰਘ ਵੀ ਉਸ ਦੀ ਭੇਂਟ ਚੜ੍ਹ ਗਏ। ਉਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਬਣੇ ਫਰਵਰੀ 1999 ਤੋਂ ਮਾਰਚ 2000 ਤੱਕ। ਸੋ ਉਹ ਨਾਨਕਸ਼ਾਹੀ ਕੈਲੰਡਰ ਤੇ ਸਿੱਖ ਰਹਿਤ ਮਰਿਆਦਾ ਦੇ ਮੁੱਦੇ ਤੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸੀ ਤਾਂ ਉਹ ਉਸ ਵੇਲੇ ਉਹਨਾਂ ਦਾ ਵਿਵਾਦ ਸ਼ੁਰੂ ਹੋ ਗਿਆ ਔਰ ਜਥੇਦਾਰ ਗਿਆਨੀ ਪੂਰਨ ਸਿੰਘ ਵੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਤੇ ਅਖੀਰ ਉਹਨਾਂ ਨੂੰ ਵੀ ਜਾਣਾ ਪਿਆ। ਉਸ ਤੋਂ ਬਾਅਦ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਮਾਰਚ 2000 ਤੋਂ 2008 ਤੱਕ ਕਰੀਬ 8 ਸਾਲ ਇਸ ਅਹੁਦੇ ਤੇ ਰਹੇ ਪਰ ਵਿਵਾਦਾਂ ਤੋਂ ਮੁਕਤ ਨਹੀਂ ਰਹਿ ਸਕੇ। ਵੇਦਾਂਤੀ ਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਨਾਲ ਮਤਭੇਦ ਹੋਏ ਤੇ ਅਗਸਤ 2008 ਦੇ ਵਿੱਚ ਆਪਣੇ ਅਸਤੀਫਾ ਉਹਨਾਂ ਨੂੰ ਦੇਣਾ ਪਿਆ। ਅਸਤੀਫੇ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਜ਼ਿਕਰ ਕੀਤਾ ਕਿ ਅਸਤੀਫਾ ਦੇਣ ਲਈ ਉਹ ਮਜਬੂਰ ਸੀ ਜਾਂ ਉਹਨਾਂ ਨੂੰ ਮਜਬੂਰ ਕੀਤਾ ਗਿਆ। ਉਸ ਤੋਂ ਬਾਅਦ ਪ੍ਰਬੰਧ ਆ ਗਿਆ ਗਿਆਨੀ ਗੁਰਬਚਨ ਸਿੰਘ ਹੋਰਾਂ ਕੋਲੇ ਜਾਂ ਅਹੁਦਾ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਦੇ ਦਿੱਤਾ ਗਿਆ। ਅਗਸਤ 2008 ਤੋਂ ਅਕਤੂਬਰ 2018 ਤੱਕ ਲੰਮਾ ਸਮਾਂ ਗਿਆਨੀ ਗੁਰਬਚਨ ਸਿੰਘ ਰਹੇ ਜਿਨ੍ਹਾਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਗ੍ਹਾ ਲਈ ਪਰ ਉਹ ਵੀ ਵਿਵਾਦਾਂ 'ਚ ਫਸੇ ਕਿਉਂਕਿ ਯਾਦ ਹੋਏਗਾ ਦਰਸ਼ਕਾਂ ਨੂੰ 2015 ਦੇ ਵਿੱਚ ਡੇਰਾ ਸੱਚਾ ਸੌਦਾ ਨੂੰ ਪਹਿਲਾਂ ਮਾਫੀਨਾਮਾ ਜਾਰੀ ਹੁੰਦਾ ਹੈ, ਬਾਅਦ ਦੇ ਵਿੱਚ ਉਹ ਮਾਫੀਨਾਮਾ ਵਾਪਸ ਲੈ ਲਿਆ ਜਾਂਦਾ ਹੈ। ਮਾਫੀਨਾਮਾ ਜਾਰੀ ਹੋਣ ਨਾਲ ਸਿੱਖਾਂ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਕਸ ਵਿਗੜ ਗਿਆ ਤੇ ਬਾਅਦ 'ਚ ਉਹਨਾਂ ਨੇ ਬੇਸ਼ੱਕ ਮਾਫੀ ਰੱਦ ਕਰ ਦਿੱਤੀ ਪਰ ਇਹ ਫੈਸਲਾ ਉਹਨਾਂ ਦੇ ਵਿਗੜ ਚੁੱਕੇ ਅਕਸ ਦੀ ਮੁਰੰਮਤ ਨਹੀਂ ਕਰ ਸਕਿਆ, ਉਸ ਨੂੰ ਸੁਧਾਰ ਨਹੀਂ ਸਕਿਆ। ਹਾਲਾਂਕਿ ਇਸ ਸਮੇਂ ਦੌਰਾਨ ਵੀ ਇੱਕ ਸਰਬੱਤ ਖਾਲਸਾ ਹੋਇਆ ਔਰ ਪੈਰਲਲ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ
ਧਿਆਨ ਸਿੰਘ ਮੰਡ ਦੀ ਵੀ ਨਿਯੁਕਤੀ ਹੋਈ, ਪਰ SGPC ਦਾ ਜੋ ਇੱਕ ਪ੍ਰੋਸੀਜਰ ਹੁੰਦਾ, ਇੱਕ ਪ੍ਰਕਿਰਿਆ ਹੁੰਦੀ ਹੈ, ਉਸ ਦੇ ਤਹਿਤ ਗਿਆਨੀ ਗੁਰਬਚਨ ਸਿੰਘ ਹੀ ਜਥੇਦਾਰ ਸੀ ਤੇ ਅਕਤੂਬਰ 2018 ਦੇ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ, ਜਿਹੜੇ ਉਸ ਵੇਲੇ ਤਲਵੰਡੀ ਸਾਬੋ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ। ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾ ਦਿੱਤਾ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਹੀ ਚੱਲੇ ਆ ਰਹੇ ਸੀ ਤੇ ਹੁਣ ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਜਿਹੜਾ ਹੈ ਰੁਖਸਤੀ ਮਿਲ ਗਈ ਹੈ, ਜਾਂ ਉਹਨਾਂ ਨੇ ਜਿਵੇਂ SGPC ਕਹਿ ਰਹੀ ਹੈ ਕਿ ਸਵੈ ਇੱਛਾ ਦੇ ਨਾਲ ਆਪਣਾ ਅਹੁਦਾ ਛੱਡਿਆ ਹੈ। ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵਿਰੋਧੀ ਤਬਕਿਆਂ ਨੂੰ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜਿੱਤਣ ਦੇ ਵਿੱਚ ਤਾਂ ਕਾਮਯਾਬ ਹੋਏ, ਪਰ ਆਪਣੀ ਜਿਹੜੀ ਨਿਯੁਕਤੀ ਵਾਲੀ ਅਥਾਰਟੀ ਸੀ ਸ਼੍ਰੋਮਣੀ ਕਮੇਟੀ, ਉਸ ਦੇ ਨਾਲ ਉਹਨਾਂ ਦੇ ਕਈ ਮੁੱਦਿਆਂ ਤੇ ਜਿਹੜੀ ਸੀ ਉਹ ਚਰਚਾ ਰਹੀ ਕਿ ਇਹ ਮੁੱਦੇ ਗਿਆਨੀ ਹਰਪ੍ਰੀਤ ਸਿੰਘ ਸੁਲਝਾ ਨਹੀਂ ਸਕੇ। ਇਸ ਕਰਕੇ ਵਜ੍ਹਾ ਉਹ ਜ਼ਰੂਰ ਮੰਨੀ ਜਾ ਰਹੀ ਹੈ, ਬੇਸ਼ੱਕ ਸਵੈ ਇੱਛਾ ਨਾਲ ਉਹਨਾਂ ਦੀ ਰੁਖਸਤੀ ਦੱਸੀ ਜਾ ਰਹੀ ਹੈ ਤੇ ਹੁਣ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਕੋਲ ਇਹ ਅਹੁਦਾ ਆ ਗਿਆ ਹੈ। ਗਿਆਨੀ ਰਘਬੀਰ ਸਿੰਘ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਹੈ। ਸੋ ਇਹ ਹੁਣ ਤੱਕ ਦਾ ਇਤਿਹਾਸ ਜਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਰਹੇ ਨੇ, ਉਹਨਾਂ ਦੇ ਨਾਲ ਕਿਹੜੇ ਵਿਵਾਦ ਜੁੜੇ ਰਹੇ ਨੇ ਜਾਂ ਕਿਉਂ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਲੰਮਾ ਸਮਾਂ ਨਹੀਂ ਚੱਲ ਸਕੀ। ਹਾਲਾਂਕਿ ਇਸ ਦੇ ਵਿੱਚ 8 ਸਾਲ 10 ਸਾਲ ਦਾ ਟੈਨਿਓਰ ਹੈ, ਉਹ ਵੀ ਕਾਫੀ ਲੰਬਾ ਟੈਨਿਓਰ ਹੁੰਦਾ, ਪਰ ਵਿਵਾਦ ਮੁਕਤ ਇਹ ਅਹੁਦਾ ਨਹੀਂ ਰਹਿ ਸਕਿਆ। ਸੋ ਅੱਜ ਦੇ ਐਕਸਪਲੇਨਰ ਦੇ ਵਿੱਚ ਇੰਨਾ ਹੀ। ਇੱਕ ਹੋਰ ਨਵੇਂ ਮੁੱਦੇ ਤੇ ਨਵੇਂ ਐਕਸਪਲੇਨਰ ਦੇ ਨਾਲ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਧੰਨਵਾਦ।